ਰਾਮ ਨਾਮ ਜਪਣ ਵਿੱਚ ਤਿੰਨਾਂ ਦਾ ਅੰਤ ਹੀ ਕਰਨ ਲੱਗਿਆ ਮਨ ਜੁੜਿਆ। ਨਾਮੀ ਜੋ ਪਰਮੇਸ਼ਰ ਜਨਮ ਤੇ ਮਰਨ ਤੇ ਰਹਿਤ ਹੈ, ਤਿਸ ਨੂੰ ਜਬ ਗਿਆਨ ਦ੍ਰਿਸ਼ਟੀ ਨਾਲ ਦੇਖਿਆ ਤੱਕਿਆ, ਤਬ ਦੁੱਖ ਰਹਿਤ ਹੋ ਗਏ। ਭਾਵੇਂ ਕਿ ਆਤਮ ਰੂਪਤਾ ਕਰਕੇ ਸਾਰੇ ਸੁੱਖਾਂ ਨੂੰ ਪ੍ਰਾਪਤ ਹੋ ਗਏ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ, ਇਕ ਨਿਮਖ ਨ ਮਨੋ ਵਿਸਾਰੋ। ਹੇ ਭਾਈ ਪਿਆਰੇ, ਸਤਿਗੁਰੂ ਦੀ ਸੇਵਾ ਉੱਤਮ ਹੈ। ਜੇਕਰ ਪ੍ਰਭੂ ਆਪਣੀ ਕਿਰਪਾ ਦਇਆ ਕਰੇ ਤਾਂ ਸਤਿਗੁਰੂ ਦੀ ਸੇਵਾ ਨੂੰ ਮਾਨਸੇ ਨਿਮਖ ਮਾਤਰ ਨਾ ਵਿਸਾਰੀਏ। ਗੁਣ ਗੋਬਿੰਦ ਨਿਤ ਗਾਵੀਐ, ਅਵਗਣ ਕਟਣਹਾਰ। ਪਾਤਸ਼ਾਹ ਫਰਮਾਉਂਦੇ ਨੇ, ਗੋਬਿੰਦ ਦੇ ਗੁਣ ਯਥਾ ਪ੍ਰਤੀ ਗਾਇਨ ਕਰੀਏ ਗਾਈਏ। ਸੋ ਪਰਮੇਸ਼ਰ ਦੇ ਗੁਣ ਕੈਸੇ ਨੇ? ਸਭ ਔਗਣਾਂ ਦੇ ਕੱਟਣ ਵਾਲੇ ਨੇ। ਬਿਨ ਹਰਿ ਨਾਮ ਨਾ ਸੁਖ ਹੋਏ, ਕਦ ਡਿਠੇ ਵਿਸਥਾਰ। ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਸਾਰੇ ਸੁੱਖ ਵਾਹਿਗੁਰੂ ਦੇ ਨਾਮ ਦੇ ਵਿੱਚ ਨੇ। ਅਨੇਕ ਪੁਰਸ਼ਾਂ ਨੇ ਕਰਮਾਂ ਦੇ ਫੈਲਾਓ ਕਰਕੇ ਵੀ ਦੇਖ ਲਏ, ਪਰ ਸੁੱਖ ਨਸੀਬ ਨਾ ਹੋਇਆ। ਸਹਿਜੇ ਸਿਫਤੀ ਰਤਿਆ, ਭਵ ਜਲ ਉਤਰੇ ਪਾਰ। ਜੋ ਪੁਰਸ਼ ਸੁਭਾਵਕ ਸਹਿਜੇ ਹੀ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਗਏ, ਰਤੇ ਗਏ, ਸੋ ਸੰਸਾਰ ਸਮੁੰਦਰ ਤੋਂ ਭਾਈ ਉਹ ਪਾਰ ਹੋ ਗਏ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ ਕਿ ਤੀਰਥ ਵਰਤ ਆਦਿਕ ਕਰਕੇ ਕਰਨੇ ਦਾ ਵੀ ਮਹੱਤਵ ਬੜਾ ਹੈ। ਫਿਰ ਪਾਤਸ਼ਾਹ ਕੀ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਤੂਰ। ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਸਵਾਲ ਕੀਤਾ ਕਿ ਸਤਿਗੁਰੂ ਤੀਰਥ ਵਰਤ ਆਦਿਕ ਕਰਨੇ ਦਾ ਵੀ ਬੜਾ ਮਹੱਤਵ। ਪਾਤਸ਼ਾਹ ਫਰਮਾਉਂਦੇ ਨੇ, ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਤੂਰ। ਤੀਰਥ ਸੇਵਨੇ, ਵਰਤ ਧਾਰਨੇ, ਸੰਜਮ ਧਾਰਨਾ, ਧਿਆਨ, ਸਮਾਧੀ, ਇਹ ਸਭ ਦੇ ਕਰਨੇ ਦਾ ਜੋ ਫਲ ਮਿਲਦਾ ਹੈ। ਸੋ ਸਾਧਨਾ ਸੰਪੰਨ ਮਹਾਤਮਾ ਜਨ ਦੀ ਚਰਨ ਧੂੜੀ ਪਾਵਣ ਨਾਲ ਹੀ ਹੋ ਜਾਂਦਾ। ਇੱਕ ਸਾਧੂ ਮਹਾਤਮਾ ਦੇ ਚਰਨਾਂ ਦੀ ਧੂੜੀ ਪਾਸੀ, ਸਾਰੇ ਫਲ ਮਿਲ ਜਾਣੇ। ਭਾਵ ਕਿ ਧਰਮ, ਆਰਤ, ਕਾਮ, ਮੋਖ, ਇਹ ਚਾਰ ਪਦਾਰਥ ਨੇ। ਇਹ ਸਭ ਨਿਜ ਨਿਜ ਭਾਵਨਾ ਕੇ ਸਾਧ ਸੰਗਤ ਤੋਂ ਮਿਲਦੇ ਨੇ। ਇੱਕ ਐਸੇ ਪੁਰਸ਼ ਨੇ ਕਿ ਬਾਹਰ ਸੇ ਤੋਂ ਸੰਤਾਂ ਦੀ ਸੰਗਤ ਕਰਦੇ ਨੇ, ਅੰਤਰ ਸੇ ਲੁਕ ਕਰਕੇ ਉਹ ਪਾਪ ਵੀ ਕਰਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਲੋਕ ਕਮਾਵੈ ਕਿਸ ਤੇ, ਜਾ ਵੇਖੈ ਸਦਾ ਦੂਰ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਉਪਦੇਸ਼ ਦਿੰਦੇ ਨੇ, ਭਾਈ ਸੰਗਤ ਵਿੱਚ ਵੀ ਆਉਂਦਾ ਸਾਧੂ ਦੀ ਲੁਕ ਛਿਪ ਕੇ ਮਾੜੇ ਕਰਮ ਵੀ ਕਰਦਾ ਹੈ। ਸਤਿਗੁਰੂ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਲੋਕ ਕਮਾਵੈ ਕਿਸ ਤੇ, ਜਾ ਵੇਖੈ ਸਦਾ ਹਜੂਰ। ਇਹ ਭਾਈ ਲੁਕ ਕਰਕੇ ਕਿਸ ਤੇ ਪਾਪ ਕਮਾਵੇਂਗਾ? ਜੋ ਕਰਮ ਫਲ ਪ੍ਰਦਾਤਾ ਪਰਿਪੂਰਨ ਪਰਮਾਤਮਾ ਸਦਾ ਪ੍ਰਤੱਖ ਦੇਖ ਰਿਹਾ ਹੈ। ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹੋ ਵਡਾਣਾ। ਉਹ ਦੇਖਦਾ ਤੱਕਦਾ ਹੈ, ਉਹ ਮਾਲਕ ਪਰਵਤਗਾਰ ਦੇਖਦਾ ਹੈ। ਉਸ ਤੋਂ ਕਿਵੇਂ ਲੁਕ ਛਿਪ ਕੇ ਤੂੰ ਕਰਮ ਕਰ ਲਵੇਂਗਾ? ਦੇ ਕਵਾਰ ਅਨਕ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ।
ਜਗਤ ਵਿੱਚ ਲੁਕ ਛਿਪ ਕੇ ਕਰਮ ਕਰ ਲਵੇਂਗਾ, ਜਦੋਂ ਚਿੱਤਰਗੁਪਤ ਨੇ ਲੇਖਾ ਮੰਗਣਾ ਉਦੋਂ ਪੜਦੇ ਕੌਣ ਕੱਜੇਗਾ। ਕਿਉਂਕਿ ਉਹ ਪਰਿਪੂਰਨ ਪਰਮਾਤਮਾ ਪਰਵਦਗਾਰ ਸਰਬ ਵਿਆਪਕ ਦੇਖਦਾ ਹੈ, ਸੁਣਦਾ ਹੈ, ਉਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ, ਪਾਤਸ਼ਾਹ ਫਰਮਾਉਂਦੇ ਨੇ, ਐਸੀ ਅਸ਼ੰਕਾ ਹੋ ਜਾਵੇ ਕਿ ਉਹ ਕਿੱਥੇ ਦੇਖਦਾ ਹੈ, ਦਿਖਾਈ ਨਹੀਂ ਦਿੰਦਾ ਆਪਾਂ ਨੂੰ, ਉਹ ਦੇਖਦਾ ਕਿੱਥੇ ਹੈ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਥਾਨ ਤਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ। ਸਰਬ ਸਥਾਨਾਂ ਵਿੱਚ ਔਰ ਸਥਾਨਾਂ ਦੇ ਅੰਦਰ ਰਹਿਣੇ ਵਾਲੇ ਜੋ ਜੀਵ ਨੇ, ਇਹ ਸਭ ਦੇ ਅੰਦਰ ਮੇਰਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਜਰਰੇ ਜਰਰੇ ਵਿੱਚ ਰਮਿਆ ਹੈ, ਘਟ ਘਟ ਵਿੱਚ ਬੈਠਾ ਹੈ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ। ਤੇ ਸਰਬ ਵਿਆਪੀ ਪਰਿਪੂਰਨ ਪਰਮਾਤਮਾ ਦੀ ਪਾਤਸ਼ਾਹੀ ਸੱਚੀ ਹੈ ਕਿ ਕੋਈ ਤਿਸ ਦੀ ਆਗਿਆ ਨੂੰ ਫੇਰ ਨਹੀਂ ਸਕਦਾ। ਤੇ ਇਹਦਾ ਹੁਕਮ ਵੀ ਸੱਚਾ, ਕਿਉਂਕਿ ਜੈਸਾ ਮਨੁੱਖ ਸ਼ੁਭ ਅਸ਼ੁਭ ਕਰਮ ਜੀਵ ਨੇ ਕੀਤਾ ਕਰਦਾ ਹੈ, ਤੇ ਇਸਦਾ ਫਲ ਸੁੱਖ ਅਥਵਾ ਦੁੱਖ ਭੋਗਾਵਣੇ ਨਿਮਿਤ ਤੈਸਾ ਹੁਕਮ ਕਰਦਾ ਹੈ ਪਰਵਦਗਾਰ ਕਿ ਇਸ ਨੇ, ਇਸ ਮਨੁੱਖ ਨੇ ਕਰਮ ਕੀਤੇ ਨੇ, ਇਸ ਨੂੰ ਇਹ ਦੁੱਖ ਇਹ ਸੁੱਖ ਮਿਲਣਾ ਹੈ। ਬੇਵਿਚਾਰੀ ਹੁਕਮ ਨਹੀਂ ਕਰਦਾ। ਤੇ ਸੱਚੇ ਵਾਹਿਗੁਰੂ ਦਾ ਬੈਕੁੰਠ ਸਤ ਸੰਗ ਰੂਪੀ ਸਥਾਨ ਸੱਚਾ ਹੈ। ਸੱਚੀ ਕੁਦਰਤ ਧਾਰੀਅਨ, ਸੱਚ ਸਿਰਜਿਓਨ ਜਾਨ। ਤਿਸ ਪਰਿਪੂਰਨ ਪਰਮਾਤਮਾ ਨੇ ਸ਼ਕਤੀ ਵੀ ਸੱਚੀ ਧਾਰਨ ਕੀਤੀ ਹੈ। ਸੱਚ ਸਰੂਪ ਹੀ ਸੰਸਾਰ ਰਚਿਆ ਹੈ ਮੇਰੇ ਵਾਹਿਗੁਰੂ ਨੇ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਸੱਚ ਪਰਮਾਤਮਾ ਨੇ ਸੱਚ ਹੀ ਰਚਿਆ ਹੈ। ਭਾਵ ਇਹੀ ਤੇ ਕਲਪਤ ਰੂਪ ਸੰਸਾਰ ਦੀ ਅਸ਼ਟਾਨ ਰੂਪ ਬ੍ਰਹਮ ਤੇ ਪ੍ਰਥਕ ਕੁਛ ਵੀ ਸਤਾ ਨਹੀਂ, ਜਾਂ ਤੇ ਸਤ ਸਰੂਪ ਹੀ ਹੈ। ਨਾਨਕ ਜਪੀਐ ਸਚ ਨਾਮ, ਹੋ ਸਦਾ ਸਦਾ ਕੁਰਬਾਨ। ਪਾਤਸ਼ਾਹ ਫਰਮਾਉਂਦੇ ਨੇ ਸੱਚ ਨਾਮ ਵਾਹਿਗੁਰੂ ਦਾ ਜਪਣੇ ਵਾਲੇ ਜੋ ਪੁਰਸ਼ ਨੇ, ਜਪਦੇ ਨੇ ਨਾਮ ਨੂੰ, ਮੈਂ ਤੇ ਇਹਨਾਂ ਦੇ ਉੱਪਰੋਂ ਸਦਾ ਸਦਾ ਬਲਿਹਾਰ ਕੁਰਬਾਨ ਜਾਂਦਾ ਖਾਂ। ਬਸ ਸਦਾ ਕੁਰਬਾਨ ਬਲਿਹਾਰ ਜਾਈਏ। ਸ੍ਰੀ ਰਾਗ ਮਹੱਲਾ ਪੰਜਵਾ। ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਉਦਮ ਕਰਕੇ ਹੀ ਪਰਮੇਸ਼ਰ ਦਾ ਜਪਣਾ ਹੁੰਦਾ। ਜੇ ਮਨੁੱਖ ਆਲਸ ਹੀ ਧਾਰੇ, ਉਦਮ ਕਰੇ ਹੀ ਨਾ। ਪਰ ਪਾਤਸ਼ਾਹ ਫਰਮਾਉਂਦੇ ਨੇ ਉਦਮ ਕਰਤ ਆਨੰਦ ਪਿਆ, ਸਿਮਰਤ ਸੁਖ ਸਾਰ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੇਰੀ ਚਿੰਤਾ ਦਾ ਨਾਸ ਹੋ ਜਾਵੇਗਾ, ਸੁੱਖਾਂ ਦਾ ਪ੍ਰਕਾਸ਼ ਹੋ ਜਾਵੇਗਾ। ਜੇ ਤੂੰ ਉਦਮ ਕਰਕੇ ਸੱਚੇ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਜੁੜੇ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਪਾਵਨ ਬਚਨ ਕਰਨੇ ਕਿ ਭਾਈ ਕੇਵਲ ਕਰਮ ਹੀ ਨਹੀਂ, ਉਦਮ ਵੀ ਜ਼ਰੂਰੀ ਹੈ। ਜੇ ਉਦਮ ਕਰਾਂਗੇ ਆਪਣੇ ਭਾਗ ਕਰਮ ਬਣਨਗੇ। ਇਹ ਬਣਾਇਆ ਹੀ ਬਣਦੇ ਨੇ। ਜੇ ਸੇਵਾ ਸਿਮਰਨ ਕਰਾਂਗੇ ਆਪਣੇ ਭਾਗ
ਮਨ ਇੱਛੇ ਫਲ ਪੁੰਜ ਤੂੰ, ਸਭ ਚੂਕੈ ਸੋਗ ਸੰਤਾਪ। ਮਨ ਮੇਰੇ ਰਾਮ ਨਾਮ ਜਪ ਜਾਪ। ਪਾਤਸ਼ਾਹ ਫਰਮਾਉਂਦੇ ਨੇ, ਇਹ ਮੇਰੇ ਪਿਆਰੇ, ਪਰਮੇਸ਼ਰ ਦੇ ਨਾਮ ਦੇ ਜਾਪ ਨੂੰ ਜਪਣਾ ਕਰ। ਜੋ ਮਨ ਵਿੱਚ ਇੱਛੇ ਫਲਾਂ ਨੂੰ ਤੂੰ ਭੋਗੇਗਾ, ਜੋ ਮਨ ਵਿੱਚ ਇੱਛਾ ਕਰੇਗਾ ਪਾ ਲਵੇਂਗਾ। ਸਾਈ ਵਸਤ ਪ੍ਰਾਪਤ ਹੋਈ, ਜੇ ਛੇਤੀ ਮਨ ਲਾਇਆ ਉਹ ਮਿਲੇਗੀ ਤੈਨੂੰ। ਤਾਂ ਮਨ ਦੇ ਸੋਗ ਦੇ ਸੰਤਾਪ ਵੀ ਤੇਰੇ ਚੁੱਕ ਜਾਵਣਗੇ ਜੇ ਤੂੰ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਜੁੜੇ, ਨਾਮ ਜਪੇ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ। ਸਤਿਗੁਰੂ ਫਰਮਾਉਂਦੇ ਨੇ, ਜਿਸ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਜਨਮ ਧਾਰਨ ਕੀਤਾ ਸੀ, ਮਨੁੱਖ ਦਾ ਲਕਸ਼ ਪ੍ਰਯੋਜਨ ਕੋਈ ਹੋਰ ਨਹੀਂ ਕਿ ਜਗਤ ਵਿੱਚ ਆਇਆ ਸੁਖ ਆਰਾਮ ਭੋਗ ਰਸ ਭੋਗੇ। ਪਾਤਸ਼ਾਹ ਫਰਮਾਉਂਦੇ ਨੇ, ਮਨੁੱਖ ਦਾ ਲਕਸ਼ ਕੀ ਹੈ ਕਿ ਮਿਲਣ ਦੀ ਵਾਰੀ ਦਿੱਤੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਹੈ, ਲਕਸ਼ ਇਹੀ ਹੈ ਆਉਣ ਦਾ, ਜਨਮ ਧਾਰਨ ਦਾ। ਜਿਸ ਕਾਰਨ ਤਨ ਧਾਰਿਆ, ਪਾਤਸ਼ਾਹ ਫਰਮਾਉਂਦੇ ਨੇ, ਜਿਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੈਂ ਸੁੰਦਰ ਤਨ ਨੂੰ ਧਾਰਨ ਕੀਤਾ ਸੀ, ਇਹ ਜਨਮ ਲਿਆ। ਸੋ ਪ੍ਰਭੂ ਸਾਥ ਦੇਖਦਾ ਹੈ ਕਿ ਇਹ ਆਪ ਸੇ ਭਿੰਨ ਨਹੀਂ ਜਾਣਿਆ। ਜਿਸ ਪਰਮੇਸ਼ਰ ਨੇ ਕਾਰਨ ਮਾਇਆ, ਜੋ ਬ੍ਰਹਮਾ ਵਿਸ਼ਨ ਮਹੇਸ਼ ਕੇ ਧਾਰਿਆ, ਕਿਆ ਰਚਿਆ, ਸੋ ਪ੍ਰਭੂ ਆਪ ਸੇ ਅਭਿੰਨ ਦੇਖਿਆ। ਜਲ ਤਲ ਮਹੀਅਲ ਪੂਰਿਆ, ਪ੍ਰਭ ਆਪਣੀ ਨਦਰ ਨਾਲ। ਸਤਿਗੁਰੂ ਫਰਮਾਉਂਦੇ ਨੇ, ਪਰਿਪੂਰਨ ਪਰਮਾਤਮਾ ਪਾਤਾਲ ਪ੍ਰਿਥਵੀ ਆਕਾਸ਼ ਸਭਨਾਂ ਵਿੱਚ ਪੂਰਨ ਹੋ ਰਿਹਾ ਹੈ। ਸੋ ਪ੍ਰਭੂ ਆਪਣੀ ਗਿਆਨ ਦ੍ਰਿਸ਼ਟੀ ਸੇ ਦੇਖਿਆ, ਸੋ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰਦਾ ਹੈ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਤਿੰਨ ਪੁਰਸ਼ਾਂ ਦਾ ਮਨ ਤਨ ਤਬ ਨਿਰਮਲ ਹੋਇਆ, ਜਬ ਸੱਚ ਰੂਪ ਪਰਮੇਸ਼ਰ ਵਿੱਚ ਪ੍ਰੀਤੀ ਲਾਗੀ, ਮਨ ਜੁੜਿਆ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ, ਪਾਤਸ਼ਾਹ ਫਰਮਾਉਂਦੇ ਨੇ ਕਿ ਕੇਵਲ ਪ੍ਰੀਤੀ ਸੇ ਤੋ ਜਪ ਤਪ ਆਦਿਕ ਬਿਨਾਂ ਕੁਝ ਸਿੱਧ ਨਹੀਂ ਹੁੰਦਾ। ਪਾਤਸ਼ਾਹ ਫਰਮਾਉਂਦੇ ਨੇ, ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤੇ ਨਹੀਂ ਕੀਤ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ, ਜਿਨ ਪੁਰਸ਼ਾਂ ਨੇ, ਜਗਿਆਸੂਆਂ ਨੇ ਪਰਿਪੂਰਨ ਪਰਮਾਤਮਾ ਦੇ ਚਰਨ ਸੇਵੇ, ਸ਼ਰਨ ਲਈ ਗੁਰੂ ਦੀ, ਨੇ ਜਪ ਤਪ ਵਰਤ ਆਦਿਕ ਸੰਪੂਰਨ ਕਰਤਾ, ਮਾਨੋ ਕਰ ਲਏ ਉਹ ਫਲ ਮਿਲ ਗਿਆ। ਸਮਝੋ ਉਸਨੇ ਕਰ ਲਏ। ਰਤਨ ਜਵੇ ਹਰ ਮਾਨਕਾ, ਅੰਮ੍ਰਿਤ ਹਰ ਕਾ ਨਾਉ। ਜਿਨ ਪੁਰਸ਼ਾਂ ਨੇ ਗੁਰੂ ਦੁਆਰੇ ਅੰਮ੍ਰਿਤ ਰੂਪੀ ਹਰੀ ਦੇ ਨਾਮ ਦਾ ਜਪਣਾ ਕੀਤਾ, ਤੇ ਇਹਨਾਂ ਨੂੰ ਵਿਰਾਗ ਰੂਪੀ ਤੋਂ ਰਤਨ ਪ੍ਰਾਪਤ ਹੋਇਆ। ਮਨ ਰੂਪੀ ਮਾਨਕ ਵੀ ਮਿਲਿਆ, ਸਾਜਤ ਕਾ ਰੂਪੀ ਜਵਾਹਰ ਪ੍ਰਾਪਤ ਹੋਇਆ। ਭਾਵ ਕਿ ਸੰਪੂਰਨ ਪਦਾਰਥ ਅੰਮ੍ਰਿਤ ਰੂਪੀ ਨਾਮ ਦੇ ਅੰਦਰ ਭੂਤ ਨੇ। ਸੁਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਜਿਨ ਦਾਸਾਂ ਨੇ ਪਰਿਪੂਰਨ ਪਰਮਾਤਮਾ ਦੇ ਗੁਣ ਗਾਏ ਨੇ, ਨਾਮ ਨੂੰ ਜਪਿਆ, ਤੇ ਇਹਨਾਂ ਨੂੰ ਰਸ ਜੋ ਜਗਤ ਦੇ ਵਿਸ਼ੇ ਰਸ ਦਾ ਸੁਖ ਹੈ, ਸੋ ਭਜਨਾਨੰਦ ਦਾ ਸੁਖ ਹੈ, ਸਹਿਜ ਜੋ ਸਰੂਪਾਨੰਦ ਦਾ ਸੁਖ, ਸੋ ਸਭ ਪ੍ਰਾਪਤ ਹੋ ਜਾਂਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਸਾਸਤ ਸੋਣ ਸੋਏ, ਜਿਤ ਜਪੀਐ ਹਰਿ ਨਾਉ। ਹੇ ਭਾਈ ਪਿਆਰੇ, ਸੋਈ ਸ਼ਾਸਤਰ ਉੱਤਮ ਹੈ, ਸ੍ਰੇਸ਼ਟ ਹੈ, ਸੋਈ ਸਗਨ ਸ੍ਰੇਸ਼ਟ ਹੈ।
ਜਿਸ ਸ਼ਾਸਤਰ ਦੇ ਵਿਚਾਰਨੇ ਕਰਕੇ, ਜਿਸ ਸਗਨ ਦੇ ਹੋਣ ਕਰਕੇ ਪਰਮੇਸ਼ਰ ਦਾ ਨਾਮ ਜਪਣ ਵਿੱਚ ਆ ਜਾਵੇ, ਬੰਦਗੀ ਵਿੱਚ ਜੁੜ ਜਾਈਏ। ਚਰਨ ਕਮਲ ਗੁਰ ਧਨ ਦੀਆ, ਮਿਲਿਆ ਨ ਥਾਵੇ ਦਾਓ। ਸੋ ਜਿਨ ਪੁਰਸ਼ਾਂ ਨੇ ਸੱਤ ਸ਼ਾਸਤਰ ਦਾ ਵਿਚਾਰ ਕੀਤਾ, ਤਿਨਾਂ ਨੂੰ ਗੁਰੂ ਨੇ ਪਰਮੇਸ਼ਰ ਦੇ ਚਰਨ ਕਮਲਾਂ ਦਾ ਧਿਆਨ ਰੂਪੀ ਧਨ ਬਖਸ਼ ਦਿੱਤਾ। ਜਿਸ ਕਰਕੇ ਜੋ ਜੀਵ ਆਪਣੇ ਸੂਬ 'ਤੇ ਭੁੱਲੇ ਹੋਏ ਸੀ, ਇਹਨਾਂ ਨੂੰ ਸੂਬ ਦੀ ਪ੍ਰਾਪਤੀ ਰੂਪੀ ਥਾਂ ਪ੍ਰਾਪਤ ਹੋਇਆ। ਸਾਚੀ ਪੂੰਜੀ ਸੱਚ ਸੰਜਮੋ, ਆਠ ਪਹਿਰ ਗੁਣ ਗਾਓ। ਜਿਨ੍ਹਾਂ ਨੇ ਸ਼ਰਧਾ ਰੂਪੀ ਸੱਚੀ ਪੂੰਜੀ ਕਰਕੇ, ਇੰਦਰੀਆਂ ਨੂੰ ਰੋਕਣ ਕਰਕੇ ਅਸ਼ਟ ਪਹਿਰ ਦਿਨ ਰਾਤ ਵਾਹਿਗੁਰੂ ਦੇ ਗੁਣ ਗਾਏ। ਘਰ ਕਿਰਪਾ ਪ੍ਰਭ ਭੇਟਿਆ, ਵਰਨ ਨਾ ਆਵਣ ਜਾਓ। ਤਿਨਾਂ ਨੂੰ ਕਿਰਪਾ ਕਰਕੇ ਪ੍ਰਭੂ ਪਰਮੇਸ਼ਰ ਮਿਲਿਆ। ਉਹ ਪੁਰਸ਼ ਫਿਰ ਜਨਮ ਕਰਕੇ ਤਾਂ ਆਉਂਦੇ ਨਹੀਂ, ਮ੍ਰਿਤੂ ਹੋ ਕੇ ਜਾਂਦੇ ਕਿ ਜਨਮ ਮਰਨ ਤੋਂ ਰਹਿਤ ਹੋ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਟ ਘਟ ਅੰਤਰ ਰਵ ਰਹਿਆ, ਸਦਾ ਸਹਾਈ ਸੰਗ। ਹੇ ਮੇਰੇ ਮਨਾ, ਇੱਕ ਰਸ ਸਦਾ ਪ੍ਰੇਮ ਕਰਕੇ ਵਾਹਿਗੁਰੂ ਦਾ ਭਜਨ ਕਰ। ਉਹ ਪਰਮੇਸ਼ਰ ਕੈਸਾ ਹੈ, ਸਭ ਜੀਵਾਂ ਦੇ ਘਟ ਘਟ ਵਿੱਚ ਇੱਕ ਰਸ ਵਿਆਪਿਆ ਹੋਇਆ, ਸਦਾ ਹੀ ਸੰਗੀ, ਸਹਾਇਤਾ ਵੀ ਕਰਦਾ ਹੈ। ਭਾਵ ਇਹ ਕਿ ਇੰਦਰੇ ਆਦਿਕ ਤਿਸ ਦੀ ਸਤਾ ਨੂੰ ਪਾ ਕੇ ਚੇਸ਼ਟਾ ਕਰ ਰੱਖੇ ਕਿ ਸੁਤੇ ਹੀ ਜੜ ਹੈ। ਜਬ ਚੇਤਨ ਦੀ ਸਤਾ ਨੂੰ ਪਾਉਂਦੇ ਨੇ ਤਬ ਆਪਣੇ ਆਪਣੇ ਵਿਸ਼ਿਆਂ ਨੂੰ ਗ੍ਰਹਿਣ ਕਰਦੇ ਨੇ ਇੰਦਰੇ। ਕਿਉਂਕਿ ਸਤਾ ਸੁਪੁਰਤੀ ਪ੍ਰਮਾਤਮਾ ਦਿੰਦਾ, ਆਪਾਂ ਬੋਲਦੇ ਖਾਂ ਵਿਚਰਦੇ ਖਾਂ। ਸੁੱਖਾਂ ਕੀ ਮਿਤ ਕਿਆ ਗਣੀ, ਜਾ ਸਿਮਰੀ ਗੋਬਿੰਦ। ਪਾਤਸ਼ਾਹ ਫਰਮਾਉਂਦੇ ਨੇ, ਜਬ ਗੋਬਿੰਦ ਦਾ ਸਿਮਰਨ ਕਰੀਏ ਤਬ ਤਿਸ ਕਰਕੇ ਜੋ ਸੁੱਖ ਮਿਲਦੇ ਨੇ, ਤੇ ਇਹਨਾਂ ਦੀ ਮਰਿਆਦਾ ਦੀ ਕਿਆ ਗਿਣਤੀ ਕੀਤੀ ਜਾਵੇ ਕਿ ਅਮਿਤ ਸੁੱਖ ਪ੍ਰਾਪਤ ਹੁੰਦੇ ਨੇ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੈ ਜਿੰਦ। ਜਿਨ੍ਹਾਂ ਨੇ ਸੋ ਪਰਿਪੂਰਨ ਪਰਮਾਤਮਾ ਦੇ ਰਸ ਨੂੰ ਚੱਖ ਲਿਆ, ਉਹ ਤ੍ਰਿਪਤ ਹੋ ਗਏ, ਭਾਵ ਕਿ ਵੇਖੇ ਅਬਲਾਖਾ ਸੋ ਰਹਿਤ ਹੋ ਗਏ। ਉਸ ਆਤਮ ਰਸ ਨੂੰ ਤਿੰਨ ਆਤਮ ਵੇਤਾ ਪੁਰਸ਼ਾਂ ਦੀ ਬੁੱਧੀ ਹੀ ਅਨੁਭਵ ਕਰਦੀ ਹੈ। ਜੋ ਆਤਮ ਵੇਤਾ ਸੰਤਾ ਸੰਗਤ ਮਾਨੋ ਵਸੈ, ਪ੍ਰਭ ਪ੍ਰੀਤਮ ਬਖਸ਼ੈਂਦ। ਪ੍ਰਭੂ ਜੋ ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਸੱਚਾ ਪ੍ਰੀਤਮ, ਸੋ ਸੰਤਾਂ ਦੀ ਸੰਗਤ ਕਰਕੇ ਹੀ ਭਾਈ ਮਨ ਵਿੱਚ ਵਸਦਾ ਹੈ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਜਿਸ ਪੁਰਸ਼ ਨੇ ਪਰਿਪੂਰਨ ਪਰਮਾਤਮਾ ਨੂੰ ਸੇਵਨ ਕੀਤਾ, ਉਹਦੀ ਯਾਦ ਚਿੰਤਨ ਵਿੱਚ ਜੁੜਿਆ, ਉਹ ਪੁਰਸ਼ ਰਾਜਿਆਂ ਦਾ ਵੀ ਰਾਜਾ। ਭਾਵ ਕਿ ਰਾਜੇ ਵੀ ਤਿੰਨਾਂ ਦੇ ਸੇਵਕ ਬਣ ਜਾਂਦੇ ਨੇ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਉਹ ਰਾਜਿਆਂ ਦਾ ਵੀ ਰਾਜਾ ਹੈ। ਰਾਜੇ ਵੀ ਉਸਦੇ ਸੇਵਕ ਬਣਦੇ ਨੇ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਜਪਿਆ, ਸੇਵਿਆ। ਔਸਰ ਹਰ ਜਸ ਗੁਣ ਰਾਵਣ, ਜਿਤ ਕੋਟ ਮਜਨ ਇਸਨਾਨ। ਪਾਤਸ਼ਾਹ ਫਰਮਾਉਂਦੇ ਨੇ, ਇਹ ਜੋ ਮਨੁੱਖ ਜਨਮ ਦਾ ਸਮਾਂ ਹੈ ਔਸਰ, ਇਸ ਵਿੱਚ ਹਰੀ ਦੇ ਗੁਣਾਂ ਦਾ ਜਸ ਉਚਾਰਨ ਕਰੋ, ਗੁਣ ਗਾਵੋ, ਇਹ ਸਮਾਂ ਮਿਲਿਆ। ਜਿਸ ਕਰਕੇ ਕੋਟ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਤੁਹਾਨੂੰ ਸੁਰੇ ਮਿਲ ਜਾਣਾ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਨਾਮ ਕੀ ਤੀਰਥ। ਜਿੱਥੇ ਨਾਮ ਦੇ ਜਪਣ ਵਾਲੇ ਉੱਥੇ ਤੀਰਥ ਆਪ ਪਰਸਣ ਆਉਂਦੇ ਨੇ। ਜਿਵੇਂ ਜੈਤ ਨਾਮੇ ਸੇਠ, ਉਹ ਸਾਧੂ ਮਹਾਤਮਾ ਪਟਨਾ ਸਾਹਿਬ ਗਊ ਘਾਟ ਗੁਰਦੁਆਰਾ ਬਣਿਆ ਹੈ। ਆਪ ਗਊ ਇਸ਼ਨਾਨ ਕਰਵਾਉਣ ਆਉਂਦੀ ਸੀ ਉਸ ਸਾਧੂ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ, ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਗੰਗਾ ਵਿੱਚ ਇਸ਼ਨਾਨ ਕਰ ਨਹੀਂ ਜਾਂਦਾ।
ਪਾਤਸ਼ਾਹ ਨੇ ਕੁਝ ਸੰਗਤਾਂ ਨੂੰ, ਸੰਗੀਆਂ ਨੂੰ ਕਿਹਾ ਰਾਤ ਇੱਥੇ ਰਹੋ। ਦੇਖਿਆ ਅੰਮ੍ਰਿਤ ਵੇਲਾ ਹੋਇਆ, ਗਊ ਆਈ, ਕੁੰਡ ਭਰ ਦਿੱਤਾ ਗਊ। ਉਸ ਸਾਧੂ ਨੇ ਇਸ਼ਨਾਨ ਕੀਤਾ। ਅਚਰਜ ਹੋ ਗਏ ਦੇਖ ਕੇ ਕਿ ਆਪ ਗੰਗਾ ਪਰਸਣ ਆਉਂਦੀ ਹੈ, ਕਿਉਂਕਿ ਸਾਧੂ ਮਹਾਤਮਾ ਕੈਸੀ ਸਮਰੱਥ ਨੇ ਤੇ ਰੱਬ ਦੇ ਜਨ ਉਹ ਮਹਾਨ ਤੀਰਥ ਬਣ ਜਾਂਦਾ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ। ਇਹ ਮਨੁੱਖ ਜਨਮ ਦਾ ਜੋ ਸਮਾਂ, ਇਸ ਵਿੱਚ ਹਰੀ ਦੇ ਗੁਣਾਂ ਦਾ ਜਸ ਗਾਵੋ। ਇਸ ਕਰਕੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਮਹੱਤਮ ਤੁਹਾਨੂੰ ਸੁਤੇ ਮਿਲ ਜਾਣਾ ਹੈ। ਰਸਨਾ ਉਚਰੈ ਗੁਣਵੰਤੀ ਕੋਈ ਨਾ ਪੁੱਜੈ ਦਾਨ। ਪਾਤਸ਼ਾਹ ਫਰਮਾਉਂਦੇ ਨੇ, ਜੋ ਰਸਨਾ ਕਰਕੇ ਪਰਮੇਸ਼ਰ ਦੇ ਗੁਣ ਗਾਉਣੇ ਨੇ, ਨਾਮ ਜਪਣਾ, ਸੋ ਗੁਣਵੰਤੀ ਹੈ, ਭਾਵ ਕਿ ਸੇਠ ਗੁਣਾਂ ਵਾਲੀ। ਸਰਬ ਦਾਨਾਂ ਦੇ ਕਰਨੇ ਸੀ ਹਰੀ ਦਾ ਜਪਣਾ ਅਧਿਕ ਹੈ, ਵੱਡਾ ਦਾਨ ਹੈ ਜੋ ਨਾਮ ਜਪਣਾ। ਕੋਈ ਦਾਨ ਨਾਮ ਦੀ ਬਰਾਬਰੀ ਕੋ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਨਾਮ ਪਰਮੇਸ਼ਰ ਦਾ ਐਸਾ ਜਿਸ ਨਾਮ ਦਾ ਕੋਈ ਮੁੱਲ ਨਹੀਂ। ਮੇ ਰਾਜੇ ਜਨਕ ਨੇ ਤਿੱਕ ਤੱਕੜ ਵਿੱਚ ਨਾਮ ਰੱਖਿਆ, ਇੱਕ ਤੱਕੜ ਵਿੱਚ ਸਾਰੇ ਨਰਕ ਦੇ ਜੀਵ, ਨਰਕ ਖਾਲੀ ਹੋ ਗਏ, ਤੱਕੜ ਦਾ ਪਾਸਕੂ ਵੀ ਨਹੀਂ ਹੋਇਆ। ਕੈਸਾ ਨਾਮ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੀ ਸੇ ਨਾਨਕ ਹਰ ਰੰਗ ਬਾਣ ਦੋ। ਕਿਉਂਕਿ ਪਰਮੇਸ਼ਰ ਦਾ ਨਾਮ ਹੀ ਐਸਾ, ਜਿਨ੍ਹਾਂ ਨੇ ਜਪ ਲਿਆ ਤੇ ਜੋ ਵੀ ਮੰਗਿਆ ਗੁਰੂ ਨਾਨਕ ਤੋਂ ਮਿਲਿਆ ਹੈ, ਮਿਲਦਾ ਹੈ। ਕੋਈ ਵੀ ਜਪ ਕੇ ਦੇਖ ਲਵੇ, ਕਿਉਂਕਿ ਉਸ ਦਾਤੇ ਪ੍ਰਭੂ ਦਾ ਨਾਮ ਹੀ ਐਸਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਰਸਨਾ ਉਚਰੈ ਗੁਣਵੰਤੀ ਕੋਈ ਨਾ ਪੁੱਜੈ ਦਾਨ। ਜੇ ਨਾਮ ਨੂੰ ਜਪਾਂਗੇ, ਕੋਈ ਦਾਨ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਦ੍ਰਿੜ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਬਾਨ। ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ, ਮਿਹਰ, ਨਦਰ, ਦਿਆਲੂ ਕਿਰਪਾਲੂ ਪੁਰਸ਼ ਜੋ ਵਾਹਿਗੁਰੂ, ਸੋ ਤਿਨਾਂ ਦੇ ਮਨ ਤਨ ਵਿੱਚ ਵਸਦਾ ਹੈ। ਜੀਓ ਪਿੰਡ ਧਨ ਤਿਸ ਦਾ, ਸਦਾ ਸਦਾ ਕੁਰਬਾਨ। ਜਿਉਂ ਇਹ ਪਿੰਡ ਸਰੀਰ ਧਨ, ਜਿਨ ਪੁਰਸ਼ਾਂ ਨੇ ਤੇ ਵਾਹਿਗੁਰੂ ਦਾ ਜਾਣ ਲਿਆ ਕਿ ਮੇਰਾ ਨਹੀਂ। ਮੇ ਭਗਤ ਕਬੀਰ ਜੀ ਨੇ ਬਚਨ ਕਹਿ ਦਿੱਤੇ, ਪ੍ਰਭੂ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ, ਮੇਰਾ ਤੇਰਾ ਸੀ ਤੈਨੂੰ ਅਰਪਣ ਕਰ ਦਿੱਤਾ, ਮੇਰਾ ਕੁਝ ਵੀ ਨਹੀਂ। ਗੁਰੂ ਦਾ ਜਾਣਿਆ ਕਿ ਧਨ ਮਨ ਧਨ ਮੇਰੇ ਸਮਰੱਥ ਵਾਹਿਗੁਰੂ ਦਾ ਹੈ, ਮੇਰਾ ਕੁਝ ਨਹੀਂ। ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਮੈਂ ਤਿਸ ਦੇ ਸਦਾ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ। ਮਿਲਿਆ ਕਦੇ ਨਾ ਵਿਛੜੈ, ਜੋ ਮਿਲਿਆ ਕਰਤਾਰ। ਪਾਤਸ਼ਾਹ ਫਰਮਾਉਂਦੇ ਨੇ, ਜੋ ਪਰਿਪੂਰਨ ਪ੍ਰਮਾਤਮਾ ਕਰਤਾਰ ਨੇ ਮਿਲਾਇਆ, ਉਹ ਪੁਰਸ਼ ਜਬ ਸਰੂਪ ਦੇ ਸਾਥ ਭੇਦ ਹੋ ਗਿਆ, ਫਿਰ ਕਦੇ ਭਿੰਨ ਨਹੀਂ ਹੁੰਦਾ। ਦਾਸਾਂ ਕੇ ਬੰਧਨ ਕਟਿਆ, ਸਾਚੈ ਸਿਰਜਣਹਾਰ। ਤੇ ਦਾਸਾਂ ਦੇ ਬੰਧਾਂ ਨੂੰ ਸੱਚੇ ਸਿਰਜਣਹਾਰ ਪਰਮੇਸ਼ਰ ਨੇ ਕੱਟ ਦਿੱਤਾ। ਭੂਲਾ ਮਾਰਗ ਪਾਇਓ, ਗੁਣ ਅਵਗੁਣ ਨਾ ਵਿਚਾਰ। ਸੋ ਦਾਸ ਕਦੇ ਵਿਵਹਾਰਾਂ ਦੇ ਸੰਬੰਧ ਕਰਕੇ ਭੁੱਲਿਆ ਵੀ ਹੈ, ਤਾਂ ਵੀ ਆਪਣੇ ਮਾਰਗ ਵਿੱਚ ਪਾ ਲਿਆ ਪਰਮੇਸ਼ਰ ਨੇ ਕਿ ਮੇਰਾ ਪਿਆਰਾ ਮੇਰਾ ਦਾਸ। ਜੇ ਗੁਣ ਔਗੁਣਾਂ ਦਾ ਵਿਚਾਰ ਨਹੀਂ ਕੀਤਾ ਪਰਮੇਸ਼ਰ ਨੇ, ਐਸਾ ਦਿਆਲੂ ਤੇ ਕਿਰਪਾਲੂ ਹੈ ਜੋ ਉਸਦੇ ਜਨ ਨੇ, ਪਿਆਰੇ ਨੇ, ਆਪਣੇ ਪਿਆਰਿਆਂ ਦੇ ਗੁਣ ਔਗੁਣ ਨਹੀਂ ਦੇਖਦਾ, ਮਿਲਾ ਲੈਂਦਾ। ਨਾਨਕ ਤਿਸ ਸਰਣਾਗਤੀ, ਜੇ ਸਗਲ ਘਟਾਂ ਆਧਾਰ। ਇਹ ਭਾਈ ਜੋ ਸਰਬ ਘਟਾਂ ਦਾ ਆਸਰਾ ਵਾਹਿਗੁਰੂ,
ਦੀ ਸ਼ਰਨ ਵਿੱਚ ਆਉਣਾ ਕਰੋ। ਸ਼ਰਨ ਗੁਰੂ ਦੀ ਲਵੋ ਔਰ ਗੁਰੂ ਸਮਰੱਥ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ। ਜਬ ਰਸਨਾ ਕਰਕੇ ਸੱਚੇ ਪ੍ਰਮਾਤਮਾ ਵਾਹਿਗੁਰੂ ਨੂੰ ਭਾਈ ਸਿਮਰਨ ਕਰੀਏ ਤਬ ਮਨ ਤੇ ਤਨ ਨਿਰਮਲ ਹੋ ਜਾਂਦਾ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਇ। ਜੋ ਮਾਤਾ ਪਿਤਾ ਨੇ ਬਹੁਤ ਸਾਕ ਸੰਬੰਧੀ ਨੇ ਆਪਣੇ, ਪਰ ਤਿਸ ਵਾਹਿਗੁਰੂ ਤੋਂ ਬਿਨਾਂ ਜੀਵ ਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ। ਜਿਨ੍ਹਾਂ ਸੰਬੰਧੀਆਂ ਬਦਲੇ ਮਨੁੱਖ ਝੂਠ ਬੋਲਦਾ, ਪਾਪ ਕਰਦਾ, ਠੱਗੀਆਂ ਮਾਰਦਾ, ਕੋਈ ਵੀ ਸਹਾਇਤਾ ਨਹੀਂ ਕਰੇਗਾ। ਲੇਖਾ ਸਵੈ ਮਨੁੱਖ ਨੂੰ ਦੇਣਾ ਪਵੇਗਾ। ਭਗਤ ਕਬੀਰ ਜੀ ਮਹਾਰਾਜ ਜੀ ਦੇ ਪਾਵਨ ਬੜੇ ਸੁੰਦਰ ਬਚਨ ਨੇ। ਬਹੁ ਪਰਪੰਚ ਕਰ ਪਾਰ ਧਨ ਲਿਆਵੈ, ਬੜੇ ਯਤਨ ਕਰਕੇ ਝੂਠ ਬੋਲ ਕੇ ਠੱਗੀਆਂ ਮਾਰ ਕੇ ਪਰਾਇਆ ਧਨ ਘਰ ਵਿੱਚ ਲਿਆਉਂਦਾ ਹੈ। ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਮਤ ਤੂੰ ਭਰਮ ਵਿੱਚ ਪਈ, ਇਹਦਾ ਹਿਸਾਬ ਤੈਨੂੰ ਦੇਣਾ ਪਵੇਗਾ। ਜੈਸਾ ਮਨੁੱਖ ਕਰਮ ਵੈਸਾ ਦੁੱਖ ਅਥਵਾ ਸੁੱਖ ਪਾਉਂਦਾ ਹੈ। ਜੋ ਕਰਮ ਦਾ ਬੀਜ ਮਨੁੱਖ ਨੇ ਆਪ ਬੀਜਿਓ ਆਪ ਭੋਗੇਗਾ, ਕੋਈ ਦੂਜਾ ਨਹੀਂ। ਪਿਛਲੇ ਯੁੱਗਾਂ ਵਿੱਚ ਇਹ ਕਰਤੱਵ ਸੀ ਕਿ ਇੱਕ ਨੇ ਪਾਪ ਕੀਤਾ ਸਾਰਾ ਦੇਸ਼, ਫਿਰ ਇੱਕ ਨੇ ਪਾਪ ਕੀਤਾ ਸਾਰਾ ਨਗਰ, ਇੱਕ ਨੇ ਪਾਪ ਕੀਤਾ ਕੁੱਲ ਨਾ। ਪਰ ਇਹ ਕਲ ਯੁੱਗ ਦੇ ਵਿੱਚ ਐਸੀ ਵਿਲੱਖਣਤਾ ਉੱਤਮ ਯੁੱਗ ਕਲ ਯੁੱਗ ਨੂੰ ਕਿਹਾ। ਕਿਉਂ ਕਿਹਾ ਕਿ ਜੋ ਪਾਪ ਕਰੇਗਾ ਉਹੀ ਭੁਗਤੇਗਾ, ਦੂਜਾ ਨਹੀਂ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆ ਕਿਸੇ ਥਾਂ। ਪਾਤਸ਼ਾਹ ਫਰਮਾਉਂਦੇ ਨੇ, ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ। ਜੇਕਰ ਪਰਿਪੂਰਨ ਪਰਮਾਤਮਾ ਆਪਣੀ ਕਿਰਪਾ ਕਰੇ ਤਬ ਚਸਾ ਮਾਤਰ ਵੀ ਮਨ ਤੇ ਨਹੀਂ ਵਿਸਰੇ। ਚਸਾ ਅਤੀ ਅਲਪਕਾਲ ਮਨ ਤੋਂ ਨਾ ਵਿਸਰੇ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਨਾਸ। ਹੇ ਭਾਈ ਮੇਰੇ ਪਿਆਰੇ, ਜਬ ਲੱਗ ਸਰੀਰ ਵਿੱਚ ਤੇਰੇ ਸਵਾਸ ਚੱਲਦੇ ਨੇ ਤਬ ਲੱਗ ਸੱਚਾ ਜੋ ਪਰਮੇਸ਼ਰ ਮੇਰਾ ਵਾਹਿਗੁਰੂ, ਤੇ ਇਸ ਨੂੰ ਸਿਮਰਨ ਕਰ, ਉਹਦੀ ਯਾਦ ਵਿੱਚ ਜੁੜ। ਤੇ ਸੱਚੇ ਪਰਮੇਸ਼ਰ ਤੋਂ ਬਿਨਾਂ ਹੋਰ ਜੋ ਪ੍ਰਪੰਚ ਸੰਸਾਰ ਸਭ ਝੂਠੇ ਨੇ, ਅੰਤ ਨੂੰ ਨਾਸ ਹੋ ਜਾਂਦੇ ਨੇ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ। ਜਗਿਆਸੂ ਜਨ ਨੂੰ ਪਰਿਪੂਰਨ ਪਰਮਾਤਮਾ ਵਿੱਚ ਐਸੀ ਪ੍ਰੀਤੀ ਕਰਨੀ ਚਾਹੀਦੀ ਹੈ ਜਗਿਆਸੂ ਨੂੰ ਕਿ ਸੁਆਮੀ ਮੇਰਾ ਪਰਿਪੂਰਨ ਪਰਮਾਤਮਾ ਗੁਰੂ ਨਾਨਕ ਮਾਇਆ ਤਥਾ ਵਿਦਿਆ ਰੂਪੀ ਮੈਲ ਤੋਂ ਰਹਿਤ ਨਿਰਮਲ ਹੈ। ਮੇਰੇ ਸੇ ਤੇ ਇਸਦੇ ਮਿਲੇ ਬਿਨਾ ਰਹਿਆ ਨਹੀਂ ਜਾਂਦਾ, ਐਸਾ ਨਹੀਂ ਹੋ ਤਿਸ ਬਿਨ ਰਹਿਣ ਨਾ ਜਾਏ। ਮੇਰਾ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੈ ਮਾਏ। ਮੇਰੇ ਮਨ ਤੇ ਤਨ ਵਿੱਚ ਚਾਹ ਬਤੀ ਬਹੁਤ ਹੈ। ਇਹ ਭਾਈ ਕੋਈ ਆਣ ਕਰਕੇ ਮੈਨੂੰ ਮਿਲਾਵੇ ਉਸ ਸੱਚੇ ਪਰਮੇਸ਼ਰ ਦੇ ਨਾਲ। ਚਾਰੇ ਕੁੰਡਾਂ ਭਾਲੀਆਂ ਸਹਿਬਨ ਅਵਰ ਨਾ ਜਾਏ। ਇਹ ਚਾਰੇ ਕੁੰਡਾਂ ਪੂਰਬ ਪੱਛਮ ਉੱਤਰ ਦੱਖਣ ਦੇਖੀਆਂ ਨੇ, ਤੇ ਇਸ ਪਤੀ ਤੋਂ ਬਿਨਾਂ ਅਵਰ ਕੋਈ ਜਗ੍ਹਾ ਹੀ ਨਹੀਂ ਹੈ। ਤਿਸ ਆਗੇ ਅਰਦਾਸ ਕਰ ਜੋ ਮਿਲੇ ਕਰਤਾਰ। ਤਿਸ ਗੁਰੂ ਦੇ ਅੱਗੇ ਬੇਨਤੀ ਕਰੀਏ, ਅਰਦਾਸ ਕਰੀਏ ਜੋ ਕਰਤਾਰ ਨੂੰ ਮਿਲਾ ਦੇਵੇ।
सतगुर दाता नाम का पूरा जिस भंडार। क्योंकि सतगुरु समर्थ नाम दे दाते ने, जिसका मन रूपी भंडार परिपूर्ण है, भाव के गुरु का इसका सर्व गुणा करके पूर्ण है। सदा सदा सालाही है अंत न पारावार। तिस गुरु द्वारा सदैव तिस वाहिगुरु नूं भाई सलाहना करिए। सो वाहिगुरु कैसा नित है, तिसदे पारावार दा अंत नहीं। परवदगार सलाही है जिस दे चलत अनेक। पालना करने वाला परवदगार मेरा गुरु नानक वाहिगुरु, जिसदे अनेक प्रकार के कौतक ने चोजी प्रीतम है, तिसदी भाई उस्तर करिए सलांघा करिए। सदा सदा आराधी है एगा मत बसेख। जो नित रूप परमेश्वर तेनू सदा आराधना करिए, ऐसी बुद्धि अधिक है। मन तन मिठा तिस लगे जिस मस्तक नानक लेख। मन ते तन करके वाहिगुरु तिस पुरुष नूं प्यारा लगदा है, जिसदे मस्तक में शुभ लेख विधाता दे लिखे हुए। श्री राग महला पंजोवा संत जनों मिल पाइयो सच्चा नाम समाल। पातशाह फरमाउंदे ने गुरु अर्जन देव महाराज जी, हे भाईओ संत जना दे साथ मिल के सच्चा नाम सिमरन करो। कबीर संगत करिए साध की अंत करे निर्वाहो। अंत वेले भी निर्वाह होवेगा साधु की संगत करोगे। नाम नू जपो संग साधु दा करके। तो सा बंदो जी का ऐथै ओथै नाल। तोसा किस नू आखिया जो खर्च आपां किते दूर जाना फिर खर्च पल्ले बन लेंदे, पर आपां ने इस संसार नू छड्ड के भी जाना है। जिस मार्ग दे को नहीं गिने जाते, जेह मार्ग के गने जाहे ना कोसा। जिस मार्ग दे को नहीं गिने जाते, उस मार्ग दे सतसंगी जनों आपां पांधी हां। विचारिए, जिन्हां ने विचार किया उन्होंने पता है कि मिलतक होके आपां उस मार्ग ते जाना है। ये पदार्थ साख संबंधी धन माया महल कुछ भी अपने नाल नहीं जाना। उत्थे तोसा एक नाम दा नाल जावेगा खर्च। जेह मार्ग के गने जाहे ना तोसा। जेह मार्ग के गने जाहे ना तोसा। हर का नाम ऊहा संग तोसा। ते तां परमेश्वर दा नाम ही एक तोसा नाल जावेगा। जो मनुख दान पुण्य आदि करदा फिर रस्ते विच जदों प्यास लगदी है, एक कटोरा मंगदा है जल दा, पहला दान पुन लै लैंदे ने जमदूत, फिर दिंदे ने जल दा कटोरा। दान पुन रस्ते विच ही खत्म हो जाते हैं, पर एक सच्चे परमेश्वर का जिस पास नाम का तोसा वो पार होंदा है। तोसा बंधो जी का ऐथै उथै नाल। पातशाह फरमाउंदे ने, हे भाई ऐसा अपने जी का खर्च बंधना करो। तुसी परदेसी हो, मुसाफर हो, सदीवी तुसी जगत विच नहीं रहना। ये सुंदर तन ने एक दिन नाश हो जाना। इहो तन होएगो भस्म की ढेरी, ये तां भस्म की ढेरी हो जाना। इस लोक विच परलोक विच साथ सहायता करने वाला एक वाहिगुरु का नाम है। गौरपुरे ते पाइए अपनी नदर निहाल। तो सो तोसा नाम का कित्थों मिलेगा? पातशाह फरमाउंदे ने, प्यारिओ ये नाम का तोसा समर्थ गुरु तो मिलना है। तोसा ये गुरु तो प्राप्त होवेगा।
गुर पूरे ते पाईए। गुरु भी पूरा होवे, अधूरा ना होवे, कच्चा ना। पूरा प्रभ आराध्या, पूरा जाका नाम। नानक पूरा पाया, पूरे के गुण गाओ। पूरे गुर का सोने उपदेश, पार ब्रह्म निकट कर पे। निकट देखेगा क्योंकि गुरु समर्थ है, गुरु ने दात देनी। अनहद बाणी पूंजी, संतन हथ राखी कुंजी। क्योंकि नाम की पूंजी परमेश्वर ने रब दे जना अपने प्यारियां नू बख्शी। जिस वखर को लैन तू आया, राम नाम संतन घर पाया। वो रब दे जना तो मिलना। ये बखर सौदा नाम दा संतां तो मिलना। ये बाबा जी ने भगती दे भंडारे खोल दिते। धन धन बाबा नंद सिंह महाराज जी। आप नाम दे रसीए, पूरन ब्रह्म ज्ञानी। आप जपिया सवास गिलास, प्रतख गुरु ग्रंथ साहिब महाराज विचों गुरु नानक नू प्रगट कीता, भोग लवाया। जो अज भी सतगुरां नू प्रगट भोग लगदा। बाबा जी ने बचन करने भाई, जिथे हरि दी मर्यादा, हरि दा पूजन, उत्थे हरि आप प्रतख बैठा है। बिच संगत खाद प्रभ वसै। जो पातशाह फरमाउंदे ने, गुर पूरे ते पाई, अपनी नदर निखार। तोसा परमेश्वर दा नाम समरथ गुरु तो मिलदा। गुरु तब मिलदे ने, गुरु भी इंज नहीं मिल जाते। अपनी नदर निहाल, जब परिपूर्ण परमात्मा अपनी मेहर की नदर करे। कि ताल ना है बख्शीशा करनिया ने, फिर पूर्ण गुरु की संगत बख्शदा है, फिर जीव निहाल हो जाता है। हर किरपा ते संत भेटिया, नानक मन प्रगास। क्योंकि किरपा उस दाते प्रभु की ही होंगी। करम परापत तिस होवै, जिसनो होए दयाल। कर्मा करके नाम तिस नू मिलदा है, जिस ते सतगुरु दयालता कर दे, उसनू मिल जाता है। मेरे मन गुर जीवड़ अवर ना कोय, दूजा थाओ ना को सुझै। गुर मेले सच सोए। मेरे मन गुर जेवड़ अवर ना कोई। हे मेरे प्यारे हो, गुरु दे बराबर और कोई वड्डा ही नहीं। सब ते वड्डा सत गुर नानक जिन कल राखी। क्योंकि गुरु नानक सब तो वड्डा आप जगत दा मालिक। ते सच्चे परमेश्वर दे मिलने करते दूजा स्थान कोई भी नहीं सोचता। गुरु बुलाते ने, गुरु तो बिना मेल नहीं। सतगुर बाजों गुर नहीं कोई, ने गुरे का है नाओ गुरा। जे 100 चंदा उग वह सूरज चढ़े 1000, इते चानण हुंदे आ गुर बन घोर जांदा। क्योंकि गुरु तो बिना अंधकार दा अंधेरा है। मैं शाह बिना पत्नी, गुरु बिना गति। गुरु तो बिना गति। सगल पदार्थ तिस मिले, जिन गुर डिठा जाए। जिस पुरुष ने श्रद्धा पूर्वक जाके गुरु दे दर्शन कीते, गुरु की शरण विच आया, ते कैसियां बख्शियां मिलदियां ने गुरु दे द्वारे। पातशाह फरमाउंदे ने, सगल पदार्थ धर्म आरत काम मोख, सारे पदार्थ तिसनू प्राप्त हो जाते ने सुते ही। क्योंकि गोबिंद भाओ भगत दा भुखा, वो प्रेमा भगती दा भुखा है। सगल पदार्थ तिस मिले, जिन गुर डिठा जाए। कोई श्रद्धा पूर्वक गुरु दे घर गया, गुरु नानक दे चरण पासे, फिर बख्शीशां मिलदियां ने गुरु नानक दे घरों। जिन्हां दे पल्ले श्रद्धा दी पूंजी है, रास श्रद्धा दी है। क्योंकि वो मालिक बड़ा दयालु है, बड़ा कृपालु है। पातशाह फरमाउंदे ने,
ਢਹਿਣ ਵਿੱਚ ਦੇਰੀ ਹੈ, ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਕੈਸਾ ਮਾਲਕ, ਜਿਸ ਮਾਲਕ ਸਮਰੱਥ ਗੁਰੂ ਨੇ ਸੱਜਣ ਠੱਗ ਵਰਗੇ ਬਖਸ਼ ਦਿੱਤੇ, ਕੌਡੇ ਰਾਖਸ਼ ਵਰਗੇ ਬਖਸ਼ ਦਿੱਤੇ, ਉਹ ਤੈਨੂੰ ਕਿਉਂ ਨਾ ਬਖਸ਼ੇਗਾ? ਉਹ ਆਪ ਜਗਤ ਦਾ ਮਾਲਕ। ਬਾਬਾ ਜੀ ਨੇ ਬਖਸ਼ਿਆ ਕਰਨੀਆਂ ਭਾਈ, ਢਹਿਣ ਵਿੱਚ ਦੇਰੀ ਹੈ, ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਬੜਾ ਦਿਆਲੂ ਕਿਰਪਾਲੂ ਹੈ। ਗੁਰ ਚਾਰਣੀ ਜਿਨ ਮਨ ਲਗਾ, ਸੇ ਵੱਡ ਭਾਗੀ ਮਾਏ। ਇਹ ਭਾਈ ਜਿਨ ਪੁਰਸ਼ਾਂ ਦਾ ਮਨ ਸਮਰੱਥ ਗੁਰੂ ਦੇ ਚਰਨਾਂ ਵਿੱਚ ਲੱਗਿਆ, ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਸਾਰੇ ਸੰਕਟ ਕੱਟੇ ਜਾਂਦੇ ਨੇ। ਭਾਈ ਦੇਵੀ ਚੰਦ ਜੋ ਭੀਮ ਚੰਦ ਰਾਜੇ ਦਾ ਵਜ਼ੀਰ ਸੀ, ਜੋ ਸਤਿਗੁਰਾਂ ਦੇ ਦਰਸ਼ਨ ਵਿਦਾਰੇ ਕੀਤੇ, ਚਰਨਾਂ ਦਾ ਭੌਰਾ ਬਣ ਗਿਆ। ਜੋ ਸਤਿਗੁਰਾਂ ਦੀ ਸਿਫਤ ਕੀਤੀ ਸਭਾ ਵਿੱਚ ਜਾ ਕੇ, ਜਲਾਦਾਂ ਨੂੰ ਹੁਕਮ ਦੇ ਦਿੱਤਾ ਭੀਮ ਚੰਦ ਰਾਜੇ ਨੇ, ਜਿਨ੍ਹਾਂ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਦਾ ਰਿਹਾ, ਨੇਤਰਾਂ ਵਿੱਚ ਗਰਮ ਸੂਏ ਰੱਖ ਦਵੋ ਔਰ ਪਹਾੜੀ ਤੋਂ ਸੁੱਟ ਦਵੋ। ਸਜ਼ਾ ਤਾਂ ਸਾਰੇ ਹੁਟੰਬ ਨੂੰ ਦੇਣੀ ਸੀ, ਕੋਹਲੂ ਵਿੱਚ ਪੀੜਨਾ ਸੀ, ਪਰ ਮੇਰੇ ਪਿਤਾ ਦਾ ਵਜ਼ੀਰ ਰਿਹਾ ਨੇ ਰਿਆਤ ਕੀਤੀ। ਲੈ ਗਏ ਜਲਾਦ ਭਾਈ ਦੇਵੀ ਚੰਦ। ਜਲਾਦ ਵੀ ਵਿਰਾਗ ਵਿੱਚ ਆ ਗਏ। ਅੱਗੇ ਤੇਰਾ ਹੁਕਮ ਮੰਨਦੇ ਸੀ, ਪਰ ਰਾਜੇ ਦਾ ਹੁਕਮ ਹੈ, ਬੇਵੱਸ ਹਾਂ ਅਸੀਂ, ਕੋਈ ਇੱਛਾ ਦੱਸ। ਦੇਵੀ ਚੰਦ ਕਹਿਣ ਲੱਗਿਆ, ਜਦੋਂ ਮੈਂ ਇਸ਼ਾਰਾ ਕਰਾਂ ਉਦੋਂ ਤੁਸੀਂ ਆਪਣਾ ਕੰਮ ਕਰਨਾ। ਵਿੱਚ ਚਰਨਾਂ ਦਾ ਧਿਆਨ ਧਰਿਆ ਕਲਗੀਧਰ ਮਹਾਰਾਜ ਸਤਿਗੁਰਾਂ ਦੇ, ਸੂਏ ਅੱਖਾਂ ਵਿੱਚ ਟੱਕੇ ਗਏ। ਕੀ ਦੇਖਦਾ ਤੱਕਦਾ ਹੈ, ਰਾਤ ਬਤੀਤ ਹੋਈ, ਕੋਈ ਰੰਚਕ ਮਾਤਰ ਵੀ ਖੇਤ ਦੇਖੀ। ਕਿਉਂਕਿ ਗੁਰੂ ਸਮਰੱਥ ਰੱਖਦਾ ਜੋ ਗੁਰੂ ਦਾ ਆਸਰਾ ਲੈ ਲਵੇ। ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀਐ, ਮਲ ਜਨਮ ਨਾ ਰੋਵੈ। ਪਾਤਸ਼ਾਹ ਫਰਮਾਉਂਦੇ ਨੇ, ਗੁਰ ਚਾਰਣੀ ਜਿਨ ਮਨ ਲੱਗਾ, ਸੇ ਵੱਡ ਭਾਗੀ ਮਾਏ। ਜਿਨ ਪੁਰਸ਼ਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗਿਆ, ਉਹ ਪੁਰਸ਼ ਵੱਡਿਆਂ ਪੁੰਨਾਂ ਵਾਲੇ, ਭਾਗਾਂ ਵਾਲੇ ਨੇ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮਹਿ ਰਹਿਆ ਸਮਾਏ। ਕਿਉਂਕਿ ਗੁਰੂ ਵਾਹਿਗੁਰੂ ਦੇ ਨਾਮ ਦੇ ਦਾਤਾਰ ਨੇ, ਦਾਤੇ ਨੇ, ਨਾਮ ਦੇਵਣ ਵਾਲੇ। ਵੱਲ ਸਰਾਪ ਦੇਣੇ ਨੂੰ ਸਮਰੱਥ ਨੇ ਗੁਰੂ। ਐਸੇ ਗੁਰੂ ਦਾ ਜਸ ਸਰਬ ਜਗਤ ਵਿੱਚ ਸਮਾਇਆ ਹੋਇਆ। ਗੁਰੂ ਹੀ ਸਰਬ ਵਿੱਚ ਸਮਾਏ ਨੇ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ ਕਿ ਗੁਰੂ ਤੋਂ ਵਿਅਕਤੀ ਨੇ, ਦੇਹੀ ਵਿੱਚ ਆਏ ਨੇ, ਤਨ ਵਿੱਚ। ਵਿਅਕਤੀ ਸਹਿਤ ਇੱਕ ਦੇਸ਼ੀ ਹੈ ਤੇ ਵਿਆਪਕ ਕਿਵੇਂ ਹੋਇਆ? ਪਾਤਸ਼ਾਹ ਫਰਮਾਉਂਦੇ ਨੇ, ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲੇਤ ਰਾਏ। ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਪਰਮੇਸ਼ਰ ਪਾਰ ਬ੍ਰਹਮ ਸਰੂਪ ਨੇ। ਤੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਡੁੱਬ ਰਿਹਾ ਸੀ। ਉਸ ਸਮੇਂ 9ਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਭੋਰੇ ਵਿੱਚ ਬੈਠੇ ਸੀ, ਤਪ ਕਰ ਰਹੇ ਸੀ। ਪਰ ਅਰਾਧਨਾ ਕੀਤੀ, ਅਰਦਾਸ ਕੀਤੀ ਸਮਰੱਥ ਗੁਰੂ ਅੱਗੇ। ਸਤਿਗੁਰਾਂ ਨੇ ਬੇੜਾ ਬੰਨੇ ਲਾਇਆ। ਮਨਸੁਖ ਸ਼ਾਹ ਦਾ ਬੇੜਾ ਡੁੱਬ ਰਿਹਾ ਸੀ। ਯਾਦ ਕੀਤਾ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ। ਆਪ ਸਤਿਗੁਰਾਂ ਨੇ ਬੇੜਾ ਬੰਨੇ ਲਾਇਆ। ਉਹ ਕੈਸਾ ਮਾਲਕ, ਇੱਕ ਰੂਪ ਪਰਮੇਸ਼ਰ ਆਪ ਹੀ ਆਇਆ। ਨਿਰਗੁਣ ਤੋਂ ਸਰਗੁਣ ਦਾ ਰੂਪ ਧਾਰਿਆ। ਪਾਤਸ਼ਾਹ ਫਰਮਾਉਂਦੇ ਨੇ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਾਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਆਪ ਹੀ ਅਕਾਲ ਤੋਂ ਆਕਾਰ ਕੀਤਾ, ਕਿਉਂਕਿ ਜਗਤ ਦਾ ਮਾਲਕ ਸਮਰੱਥ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਰਾਏ।
गुरु परमेश्वर पार ब्रह्म स्वरूप ने, कोई रंचक मात्र भी अंतर पे, कोई संसार नहीं। गुरु ही संसार समुद्र डुबदियां जीवां नूं तार लैंदे ने। कित मुख गुर सारा ही है, कारण कारण समरथ। ऐसे गुरु की किस प्रकार मुख करके भाई सलांघा करिए, गुण गाइए। ऐसे समरथ गुरु जो सर्व प्रकार ਕਾਰਜਾਂ ਦੇ ਕਰਨੇ ਨੂੰ ਕਾਰਨ ਰੂਪ ਹੈ, ਸਮਰੱਥ ਹੈ। ਸੇ ਮੱਥੇ ਨੇ ਚਲ ਰਹੇ, ਜਿਨ ਗੁਰ ਧਰਿਆ ਹੱਥ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਮਸਤਕ ਉੱਪਰ ਗੁਰੂ ਨੇ ਹੱਥ ਧਾਰਨ ਕੀਤਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਉਹ ਪੁਰਸ਼ ਨਿਸ਼ਚਲ ਰਹੇ ਨੇ, ਚਲਾਈ ਮਾਨ ਕਿ ਸਥਿਤ ਪਦ ਨੂੰ ਪ੍ਰਾਪਤ ਹੋ। ਗੁਰ ਅੰਮ੍ਰਿਤ ਨਾਮ ਪੀਆ ਲਿਆ, ਜਨਮ ਮਰਨ ਕਾ ਪਥ। ਕਿ ਜਨਮ ਤੇ ਮਰਨ ਦਾ ਜੋ ਦੁੱਖ ਹੁੰਦਾ ਤੇ ਨਿਵਾਰਨ ਕਰਨੇ ਨੂੰ ਨਾਮ ਰੂਪੀ ਅੰਮ੍ਰਿਤ ਔਖ ਕੀ, ਸੰਜਮ ਰੂਪੀ ਪਥ ਦੇ ਸਹਿਤ ਗੁਰੂ ਨੇ ਨਾਮ ਅੰਮ੍ਰਿਤ ਪਲਾਵਣਾ ਕੀਤਾ। ਗੁਰ ਪਰਮੇਸ਼ਰ ਸੇਵਿਆ, ਭੈ ਭੰਜਨ ਦੁਖ ਲੱਥ। ਗੁਰੂ ਦੁਆਰੇ ਜਿਨ੍ਹਾਂ ਨੇ ਭੈ ਭੰਜਨ ਪਰਮੇਸ਼ਰ ਨੂੰ ਭਾਈ ਸੇਵਿਆ, ਆਰਾਧਿਆ, ਤੇ ਇਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਲੈ ਗਿਆ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਸਤਿਗੁਰੂ ਕੈਸੇ ਨੇ, ਡੂੰਘਾ ਗਹਿਰ ਗੰਭੀਰ ਨਹਿਰ ਹੈ। ਸੁੱਖਾਂ ਦੇ ਸਮੁੰਦਰ ਨੇ, ਪਾਪਾਂ ਨੂੰ ਨਾਸ਼ ਕਰਦੇ ਨੇ। ਜਿਨ ਗੁਰ ਸੇਵਿਆ ਆਪਣਾ, ਜਮਦੂਤ ਨ ਲਾਗੈ ਡੰਡ। ਜਿਹਨੇ ਆਪਣੇ ਗੁਰੂ ਨੂੰ, ਜਿਨ੍ਹਾਂ ਨੇ ਸੇਵਨ ਕੀਤਾ, ਆਰਾਧਿਆ, ਤੇ ਇਹਨਾਂ ਨੂੰ ਜਮਾਂ ਦੇ ਦੂਤਾਂ ਦਾ ਡੰਡਾ ਨਹੀਂ ਲੱਗਦਾ। ਗੁਰ ਨਾਲ ਤੁਲਨਾ ਲਾਗਈ, ਖੋਜ ਡਿੱਠਾ ਬ੍ਰਹਿਮੰਡ। ਗੁਰੂ ਦੇ ਸਾਥ ਵਿਚਾਰ ਕੇ ਦੇਖੀਏ ਤਾਂ ਬਰਾਬਰ ਕੋਈ ਵੀ ਨਹੀਂ ਲੱਗ ਸਕਦਾ। ਸਾਰੇ ਬ੍ਰਹਿਮੰਡ ਨੂੰ ਖੋਜ ਕੇ ਵੀ ਦੇਖ ਲਿਆ ਕਿ ਗੁਰੂ ਦੇ ਸਮਾਨ ਦੂਜਾ ਕੋਈ ਹੈ ਹੀ ਨਹੀਂ। ਨਾਮ ਨਦਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮੈਂ ਮੰਡ। ਜਿਨ੍ਹਾਂ ਨੂੰ ਗੁਰੂ ਨੇ ਨਾਮ ਰੂਪੀ ਖਜ਼ਾਨਾ ਬਖਸ਼ਿਆ, ਭਾਈ ਨਾਮ ਦਾ ਖਜ਼ਾਨਾ, ਤੇ ਇਹਨਾਂ ਨੇ ਸੁਖ ਸਰੂਪ ਬ੍ਰਹਮ ਨੂੰ ਮਨ ਵਿੱਚ ਧਾਰਨ ਕਰ ਲਿਆ। ਬਖਸ਼ੀਸ਼ਾਂ ਗੁਰੂ ਨਾਨਕ ਤੋਂ ਲੈ ਲਈਆਂ। ਸ੍ਰੀ ਰਾਗ ਮਹਲਾ ਪੰਜੋਵਾਂ, ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧੂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਭਾਈ ਜਿਨ ਸ਼ਬਦ ਆਦਿਕ ਪਦਾਰਥਾਂ ਨੂੰ ਮਿੱਠੇ ਸਮਝ ਕੇ ਭੋਗਿਆ ਸੀ, ਰਸ ਪਦਾਰਥਾਂ ਦੇ ਵਿਸ਼ਿਆਂ ਦੇ ਭੋਗ ਭੋਗੇ ਮਿੱਠੇ ਜਾਣ ਕੇ, ਤੇ ਇਹਨਾਂ ਦਾ ਰਸ ਅੰਤ ਨੂੰ ਕੌੜਾ ਉਤਪੰਨ ਹੋਇਆ। ਭਾਵ ਕਿ ਵਿਸ਼ੇ ਭੋਗ ਜੋ ਮਨੁੱਖ ਮਿੱਠੇ ਕਰਕੇ ਭੋਗਦਾ ਹੈ ਕਿ ਬੜਾ ਰਸ ਤੇ ਬੜਾ ਆਨੰਦ ਵਿਸ਼ਿਆਂ ਵਿਕਾਰਾਂ ਵਿੱਚ, ਪਰ ਅੰਤ ਨੂੰ ਉਹੀ ਦੁਖਦਾਈ ਹੋ ਜਾਂਦੇ ਨੇ। ਭਾਈ ਮੀਤ ਸੁਰਿਧ ਕੀਏ, ਵਿਖਿਆ ਰਚਿਆ ਬਾਦ। ਪਾਤਸ਼ਾਹ ਫਰਮਾਉਂਦੇ ਨੇ, ਭਰਾਤਾ ਮਿੱਤਰ ਜੋ ਸੁਹਿਰਦ ਸੁਭਾਵ ਸੇ ਪ੍ਰੀਤੀ ਕਰੇ, ਭਾਵ ਕਿ ਸੰਪੂਰਨ ਆਪਣੇ ਬਣਾਏ ਕਿ ਮੇਰੇ ਨੇ, ਤੋ ਇਹਨਾਂ ਸਾਥ ਲਾ ਕੇ ਵਿਸ਼ੇ ਵਿਕਾਰਾਂ ਵਿੱਚ ਹੀ ਵਿਅਸਤ ਰਚਿਆ ਰਿਹਾ। ਜਾਣਦੇ ਬਿਲਮ ਨਾ ਹੋਵਈ, ਬਿਨ ਨਾਵੈ ਬਿਸਮਾਦ। ਜੋ ਪੂਰਬ ਠਾਠ ਕਥਨ ਕੀਤਾ, ਤੂੰ ਜਾਂਦਿਆਂ ਹੋਇਆਂ ਦੇਰੀ ਨਹੀਂ ਹੁੰਦੀ ਸਾਗ ਸੰਬੰਧੀਆਂ ਨੂੰ, ਪਦਾਰਥਾਂ ਨੂੰ, ਕਿਉਂਕਿ ਨਾਮ ਤੋਂ ਬਿਨਾਂ ਸਭ ਅਸਚਤਾ ਨੂੰ ਪ੍ਰਾਪਤ ਕਰਨ ਵਾਲੇ ਨੇ। ਸਭ ਸੋਗ ਦੁੱਖਾਂ ਵਿੱਚ ਮਿਲਾਵਣ ਵਾਲੇ ਨੇ ਇੱਕ ਨਾਮ ਤੋਂ ਬਿਨਾਂ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦੀਸੈ ਸੋ ਵਿਣਸਣਾ, ਮਨ ਕੀ ਮਤ ਤਿਆਗ।
पातशाह फरमाउंदे ने, मेरे मन सतगुर की सेवा ला, जो दिसै सो बिनसना मन की मत त्याग। हे मेरे मना, तू सतगुरु की सेवा विच लग, क्योंकि जो दृष्टमान प्रपंच संसार है सो संपूर्ण नाश हो जाना। दृष्टमान है सगल मथेना, जो आपां देखदे आए नाश हो जाएगा, सਦੀवी नहीं रहना। कूड़ राजा, कूड़ प्रजा, कूड़ सब संसार। ते अपने मन की मत नूं छड्ड दे, कि गुरु की मत नूं धारण कर। गुरु दे सिख ने, गुरु दे दरबार, गुरु की शरण विच आउणा ही गुरु की मत लैण। गुर की मत तू लेह आने, भगत बिना बहु डूबे सिया। ज्यों कूकर घर काया, तावै दह दिस जाए। जैसे हल के आया कुत्ता कूकर, दौड़ करके दसों दिशा में जाता है। हल के आ लोभी जंत ना जान, भख या भख सब खाए। तैसे लोभी पुरुष जंत भी भख भख नूं खा लैंदा। लोभ दे विच रसिया होया कि तेरे गुण अथा दोष नहीं जानदा, परंतु लोभ दे वस विच होया गृहस्थी पुरुष तिसदा त्याग नहीं कर सकता। कि जो अपना पदार्थ और भख है, जो पराया पदार्थ भख, परंतु लोभी नूं इन्हां दा कुछ विचार नहीं हुंदा। अपने पराए की समझ तो बिना कटदा कहीए भख भख खांदा। सूधी पूछ वत जानार्थ खत पसारी रखदा। झग सुटनी मोह तो ना देने वाले की निंदा करता। सत्संग रूपी पानी वल नहीं जाता। जेड़ा उसकी संगत करता उसनों लोभ रूपी खड़क हड़ा दिंदा। जिमें कूकर दा कोई संग करे उसनों हड़क चढ़ता। जैसे पानी ही पाया मरता। पातशाह फरमाउंदे ने, ऐसे ऐसे अंत नूं सत्संग रूपी जल करके मुक्त नूं प्राप्त होंदा। काम क्रोध मद व्यापया, फिर जोनी पाए। इस लोभी पुरुष नूं काम क्रोध लोभ अहंकार व्यापया, विकारां विच ग्रसिया, कि फिर बार जूनियां विच जांदा। माया जाल पसारिया, भीतर चोग बनाए। ईश्वर परमात्मा ने माया रूपी जाल पसारिया, ते विच शब्द स्पर्श रस गंध विषे चोगां नूं बना दिता। तृष्णा पंखी फासिया, निकस न पाए माए। जिस माया रूपी जाल विच जगत दीआं आशनावां वासनावां विच दत्तिया होया जीव फस जाता है। पंखी जिमें पंखी जाल विच फसिया, निकस नहीं सकता। जो पातशाह फरमाउंदे ने, तृष्णा पंखी फासिया, निकस ना पाए माए। जिन कीता तिसे ना जाने, फिर आवे जाए। जिस परिपूर्ण परमात्मा ने अनेक प्रकार के सुखां दे सहज कीता, बख्शिशां कीतियां, सुख बख्शे, तिसनूं ये मनुख भाई जानदा नहीं। उस दाते नूं भुला दिंदा, दाते दीआं दातां नाल प्यार पा लैंदा। दात प्यारी विसरिया दातारा, बारंबार फिर जन्म ते मन विच जांदा, जुनिया पाउंदा, दुख पाउंदा। आनक प्रकारी मोहिया, बहु बिद इहो संसार। पातशाह फरमाउंदे ने, बहुत प्रकार का जो संसार जगत रचिया है विधाता ने। देव दानव मनुख आदि प्रपंच नाना प्रकार के व्यवहारों में मोहत हो रहा है। नाना प्रकारों में जगत विचरदा है, पर एक मालक परमेश्वर नूं छड्ड के उस दाते वाहि गुरु तो बेमुख हो जाता है। उसके नाम नूं चिंतन नहीं करता, जपदा नहीं। जैसनो रखै सो रखै, समरथ पुरख अपार। जिसनों सो समरथ बेअंत पुरुष मेरा वाहिगुरु भाई आप रखदा है।
ਸੋਈ ਮੋਹ ਤੋਂ ਰਹਿਤ ਹੁੰਦਾ, ਕਿਉਂਕਿ ਮੋਹ ਦੀ ਤੰਦ ਵਿੱਚ ਵੱਜਿਆ ਹੋਇਆ ਮਨੁੱਖ ਨਰਕ ਦਾ ਭਾਗੀ ਬਣ ਜਾਂਦਾ ਹੈ। ਅਸੁਧੀ ਸੰਪਤੀ ਦਾ ਰਾਜਾ ਮੋਹ ਹੈ। ਪਰ ਮੋਹ ਦੇ ਵਿੱਚ ਆਇਆ ਮਨੁੱਖ ਝੂਠ ਵੀ ਬੋਲੇਗਾ, ਪਾਪ ਵੀ ਕਰੇਗਾ, ਠੱਗੀਆਂ ਵੀ ਮਾਰੇਗਾ, ਕਿਉਂਕਿ ਮੋਹ ਹੈ ਸੰਬੰਧੀਆਂ ਨਾਲ, ਮਾਇਆ ਨਾਲ, ਮਹੱਲਾ ਨਾਲ। ਜਗਤ ਵਿੱਚ ਮੋਹ ਪਸਰਿਆ ਹੋਇਆ ਹੈ। ਜਿਸਨੂੰ ਰੱਖੇ ਸੋ ਰੱਖੈ ਸਮਰੱਥ ਪੁਰਖ ਅਪਾਰ। ਪਰ ਜਿਸਨੂੰ ਮੇਰਾ ਪਰਮੇਸ਼ਰ ਰੱਖਦਾ ਉਹੀ ਮੋਹ ਤੋਂ ਰਹਿਤ ਹੁੰਦਾ ਹੈ। ਖਾਦ ਜਨ ਹਾਰ ਲੈਵੇ ਉਬਰੇ, ਨਾਨਕ ਸਦ ਬਲਿਹਾਰ। ਜੋ ਵਾਹਿਗੁਰੂ ਦੇ ਜਨ ਨੇ, ਸੰਤ ਮਹਾਤਮਾ, ਉਹ ਸੰਤ ਭਗਤ ਫਕੀਰ ਸੋ ਵਾਹਿਗੁਰੂ ਵਿੱਚ ਵਿਰਤੀ ਨੂੰ ਲਾ ਕੇ ਬਚ ਰੱਖੇ ਨੇ। ਐਸੇ ਸੰਤ ਮਹਾਤਮਾ ਰੱਬ ਦੇ ਜਨ ਜੋ ਆਪ ਤਰੇ ਅਨੇਕਾਂ ਨੂੰ ਤਾਰਦੇ ਨੇ। ਮਹਾਤਮਾ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਦ ਬਲਿਹਾਰ। ਐਸੇ ਜਨਾਂ ਸੰਤਾਂ ਤੋਂ ਸਦੀ ਭਾਈ ਬਲਿਹਾਰ ਕੁਰਬਾਨ ਜਾਂਦੇ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। हे पूरन हे सर्ब मैं, दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरि, है पी होवनहार। हे संत के सदा संग, निदारा आधार। हे ठाकुर हो दासरो, मैं निर्गुण गुण नहीं कोई। नानक दीजै नाम राखो किए परो। आए प्रभ शरणागति, कृपा निध दे आवा। अखर हर मन बसत, नानक होत निहाल। प्रहारी गुर अपने, दिहाड़ी सदवार। मानस ते देवते किए, करत न लागी वार। सो चंदा उगवे, सूरज चढ़े हजार। इते चानण हुंदिया, घोर अंधार। गया पई अकाल की, अभी चलायो पंथ। सब सिखन को हुक्म है,